ਤੁਸੀਂ ਦੇਖ ਰਹੇ ਹੋ UHRO ਬੁਲਟਨ। UHRO ਬੁਲਟਨ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਸਾਡੇ ਨਾਲ ਅੱਜ ਨੇ ENT ਸਪੈਸ਼ਲਿਸਟ ਡਾਕਟਰ ਅਰੁਣ ਮਿੱਤਰਾ ਜੀ, ਜਿਹੜੇ ਇੱਕ ਸਮਾਜ ਸੇਵਕ ਨੇ। ਅੱਜ ਤੇ ਨਾਲ ਨੇ ਸਾਡੇ ਕੋਲ DP ਮੋਡਲੀ, ਜਿਹੜੇ CPI ਦੇ ਜ਼ਿਲ੍ਹਾ ਸੈਕਟਰੀ ਨੇ, ਤੇ ਨਾਲ ਸਾਡੇ ਨੇ ਮਨਜੀਤ ਸਿੰਘ ਲੋਟੇ, ਸਾਡੀ NGO ਯੂਨੀਵਰਸਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਜਿਹੜੇ ਸਕੱਤਰ ਨੇ। ਦਰਸ਼ਕੋ, ਅਸੀਂ ਬੜੇ ਚਿਰ ਤੋਂ ਤੁਸੀਂ ਸਾਰੇ ਇਹ ਸੁਣ ਰਹੇ ਹੋਵੋਗੇ ਕਿ ਜਿਹੜਾ ਕਰੋਨਾ ਵਾਇਰਸ ਆ ਇੱਕ ਵਾਰ ਪੀਕ ਤੇ ਜਾਊਗਾ, ਪੀਕ ਤੋਂ ਬਾਅਦ ਉਹ ਡਾਊਨ ਆਊਗਾ। ਅੱਜ ਆਪਾਂ ਡਾਕਟਰ ਸਾਹਿਬ ਨੂੰ, ਕਿਉਂਕਿ ਡਾਕਟਰ ਸਾਹਿਬ ਇੱਕ ਸਪੈਸ਼ਲਿਸਟ ਨੇ, ਇਹਨਾਂ ਕੋਲ ਅਸੀਂ ਇਹ ਪੁੱਛਾਂਗੇ ਕਿ ਡਾਕਟਰ ਸਾਹਿਬ ਜਿਹੜਾ ਆਪਣੇ ਮੁੱਖ ਮੰਤਰੀ ਸਾਹਿਬ ਜਾਂ ਹੋਰ ਜਿਹੜੇ ਮਤਲਬ ਸਾਡੇ ਐਕਸਪਰਟ ਸੀਗੇ, ਉਹ ਕਹਿ ਰਹੇ ਸੀਗੇ ਬਾਰ-ਬਾਰ ਕਿ ਕਰੋਨਾ ਵਾਇਰਸ ਜਿਹੜਾ ਸਤੰਬਰ ਦੇ ਵਿੱਚ ਪੀਕ ਤੇ ਚਲਾ ਜਾਣਾ। ਤੇ ਡਾਕਟਰ ਸਾਹਿਬ, ਕੀ ਇਹ ਪੀਕ ਤੇ ਚਲਾ ਗਿਆ ਕਿ ਜਾਂ ਜੇ ਪੀਕ ਆਉਣੀ ਆ, ਮਤਲਬ ਜਾਂ ਜਿਹੜੇ ਪੇਸ਼ੈਂਟ ਘਟਣੇ ਸ਼ੁਰੂ ਹੋ ਗਏ, ਜਾਂ ਕਿਸ ਤਰ੍ਹਾਂ? ਇਹਦੇ ਬਾਰੇ ਸਾਨੂੰ ਥੋੜਾ ਜਿਹਾ ਦਰਸ਼ਕਾਂ ਨੂੰ, ਸਾਡੇ ਨੂੰ ਇਹ ਮਤਲਬ ਦੱਸਿਓ ਤੁਸੀਂ। देखो, पेशेंट घटने शुरू हुए है। मेरा अपना पर्सनल एक्सपीरियंस भी ये है कि पहले रोज़ मेरे को लगभग 4 पेशेंट आते सी जो शक्की होते सी। उन्होंने फिर मैं टेस्ट करांदा सी ते उन्हां चों मतलब काफ़ी गिनती पॉजिटिव आई। लेकिन हुण मैं पिछले हफ्ते तो देख रहा कि पेशेंट की गिनती जो मेरे को आ रहे हैं, जिन्हें तो मैंने शक होए कि जिन्होंने कोविड-19 ना होए, उन्हों की गिनती काफ़ी घट गई है। ये पहले ही अंदेशा सी जो एपीडीमियोलॉजिस्ट ने कहा सी कि सितंबर च साडे पीक होएगी पंजाब दे विच, ते उस तो बाद थोड़ी जी घटेगी, फिर नवंबर च दोबारा केस बढ़णगे। अच्छा, अजे नवंबर दे विच ਵਧਣ ਦੇ ਚਾਂਸ? हाँ, अंदेशा है जो एपीडीमियोलॉजिस्ट ने कहा सी कि दोबारा फिर केस बढ़ सकते हैं। इसलिए समझ लेना कि भी केस खत्म हो गए या बिल्कुल खत्म हो रहा, ये बिल्कुल गलत गल है। कोई कोरोना खत्म नहीं हो रहा। देखो, ये साडा एडा वड्डा मुल्क है, इत्थे हर वेले एक सारे देश नहीं एक ये जो अपने एकदम केस होंगे। शुरू से असीं देखा कि मुंबई च होए या महाराष्ट्र च होए, फिर दिल्ली च होए, ते फिर पंजाब, अजकल जम्मू च बहुत केस है। केरला जिथे केस लगभग खत्म हो गए थे, उत्थे फिर हुण केस आउण लग गए। सो पंजाब दे विच भी केस दोबारा आउण, कदों आउण इहदा सानूं नहीं पता, लेकिन नवंबर का अंदेशा है कि नवंबर तो बाद फिर इत्थे पंजाब च केस वधणगे। वो ये क्योंकि नवा वायरस है ना, इसलिए सब कुछ कह रहे हैं, बड़ा मुश्किल है इहदे बारे। पर फिर भी एपीडेमियोलॉजिस्ट जो माहिर ने, जो कि महामारियां दे नाल सारा जो अपने डील करते हैं, उन्होंने दे इस किस्म के विचार हैं। ਮੌੜ ਸਾਹਿਬ, ਜੇ ਅਸੀਂ ਦੇਖੀਏ ਵੀ ਇੱਕ ਪਾਸੇ ਤੇ ਕਰੋਨਾ ਵਾਇਰਸ ਦੇ ਜਿਹੜੇ ਪੇਸ਼ੈਂਟ ਆ, ਉਹ ਚਲੋ ਅਜੇ ਡਾਕਟਰ ਸਾਹਿਬ ਦੇ ਕਹਿਣ ਮੁਤਾਬਕ ਅਜੇ ਖਤਮ ਨਹੀਂ ਹੋਏ, ਕਿ ਘਟਣੇ ਸ਼ੁਰੂ ਹੋਏ ਨੇ। ਵੀ ਮਤਲਬ ਇਹ ਜਿੱਦਾਂ ਹੁਣ ਧਰਨੇ ਮੁਜ਼ਾਹਰੇ ਕਿਸਾਨਾਂ ਦੇ, ਅਸੀਂ ਇਸ ਗੱਲ ਦੇ ਵਿਰੁੱਧ ਨਹੀਂ ਆ ਵੀ ਉਹ ਨਹੀਂ ਹੋਣੇ ਚਾਹੀਦੇ, ਵੀ ਉਹਨਾਂ ਦਾ ਕੀ ਇਫੈਕਟ ਤੁਸੀਂ ਦੇਖਦੇ ਹੋ ਵੀ ਉਹ ਬਿਮਾਰੀ ਦੇ ਉੱਤੇ ਉਹਨਾਂ ਵਧੂਗੀ ਜਾਂ ਮਤਲਬ ਕੋਈ ਮਤਲਬ ਵੀ ਜਿਸ ਤਰ੍ਹਾਂ ਕੋਈ ਬਿਲਕੁਲ ਕੋਈ ਫਰਕ ਨਹੀਂ ਪਊਗਾ ਉਹਨਾਂ ਦਾ? ਇਹ ਆਪਾਂ ਇਸ ਤਰ੍ਹਾਂ ਕਹਿ ਤਾਂ ਨਹੀਂ ਸਕਦੇ ਵੀ ਉਹਦੇ ਨਾਲ ਵਧੂਗੀ ਜਾਂ, ਪਰ ਇਸ ਗੱਲ ਦਾ ਖਦਸ਼ਾ ਹੋ ਸਕਦਾ ਹੈ, ਕਿਉਂਕਿ ਜਦੋਂ ਅਸੀਂ ਬੜਾ ਕਲੋਜ਼ਲੀ ਬੈਠਦੇ ਹਾਂ, ਬਿਨਾਂ ਮਾਸਕ ਤੋਂ ਬੈਠਦੇ ਹਾਂ, ਤੇ 6 ਫੁੱਟ ਦਾ ਡਿਸਟੈਂਸ ਵੀ ਮੇਨਟੇਨ ਨਹੀਂ ਕਰਦੇ, ਬਾਰ-ਬਾਰ ਹੱਥ ਵੀ ਨਹੀਂ ਧੋਂਦੇ, ਜਿਹੜੀ ਕਿ ਐਕਸਪਰਟਸ ਵੱਲੋਂ, ਮੈਡੀਕਲ ਐਕਸਪਰਟਸ ਵੱਲੋਂ ਇਹ 3 ਚੀਜ਼ਾਂ ਕਹੀਆਂ ਗਈਆਂ ਕਿ ਮਾਸਕ ਪਹਿਨੋ, ਹੱਥ ਧੋਵੋ ਬਾਰ-ਬਾਰ, ਤੇ ਆਪਣਾ 6 ਫੁੱਟ ਦੀ ਦੂਰੀ ਰੱਖੋ। ਇਹ ਧਰਨੇ ਰੈਲੀਆਂ ਮੁਜ਼ਾਹਰਿਆਂ ਦੇ ਵਿੱਚ ਇਹ ਕਿਤੇ ਵੀ ਖਿਆਲ ਦੀ ਅਸੀਂ ਇੱਧਰ ਇਹ ਨਹੀਂ ਹੁੰਦਾ, ਤੇ ਇਹ ਹੋਣਾ ਵੀ ਮੁਸ਼ਕਲ ਹੈ, ਕਿਉਂਕਿ ਲੋਕਾਂ ਦੇ ਵਿੱਚ ਗੁੱਸਾ ਬਹੁਤ ਜ਼ਿਆਦਾ ਹੈ। ਕਿਉਂਕਿ ਜਿਹੜੀ ਕੇਂਦਰ ਦੀ ਸਾਡੀ ਸਰਕਾਰ ਹੈ, ਇਹਨੇ ਇਸ ਮੌਕੇ ਨੂੰ ਵਰਤਦੇ ਹੋਏ, ਕੋਵਿਡ ਦੇ ਮੌਕੇ ਨੂੰ ਵਰਤਦੇ ਹੋਏ ਐਡਾ ਵੱਡੇ ਹਮਲੇ ਕਿਸਾਨਾਂ ਤੇ ਯਾਰ ਮਜ਼ਦੂਰਾਂ ਤੇ ਕਰਤੇ। ਇਸ ਕਰਕੇ ਸੁਭਾਵਿਕ ਹੈ ਵੀ ਉਹਨਾਂ ਦਾ ਜੇ ਵਾਇਰਸ ਫੈਲਦਾ, ਬਿਮਾਰੀ ਜਿਹੜੀ ਮਹਾਮਾਰੀ ਆ ਉਹ ਮਤਲਬ ਫੈਲਦੀ ਆ, ਆਪਣਾ ਰੂਪ ਭਿਆਨਕ ਜਿਹੜਾ ਲਿਆਉਂਦੀ ਆ, ਤੇ ਤੁਸੀਂ ਕੀ ਕਹੋਗੇ ਵੀ ਇਹਦੀ ਕੇਂਦਰ ਸਿੱਧੀ ਜ਼ਿੰਮੇਵਾਰ ਹੋਊਗੀ ਕਿ ਇਹਨੇ ਉਸ ਮੌਕੇ ਐਮਰਜੈਂਸੀ ਜਦੋਂ ਇਹਨਾਂ ਦੇ ਮਤਲਬ ਐਕਟ ਜਿਹੜੇ ਪਾਸ ਕਰਾਏ ਨੇ, ਇਹਨਾਂ ਵਾਸਤੇ ਜ਼ਰੂਰਤ ਨਹੀਂ ਸੀ ਅਜੇ ਲਿਆਉਣ ਦੀ, ਮਤਲਬ ਕੋਈ ਐਮਰਜੈਂਸੀ ਦੇ ਹੈ ਨਹੀਂ ਸੀਗੇ, ਵੀ ਜਿਹੜੇ ਇਹਨਾਂ ਨੇ ਲੈਂਦੇ ਆ ਵੀ ਉਹਦਾ ਕਰਕੇ ਜੇ ਹੁੰਦੇ ਆ ਤੇ ਸਰਕਾਰ, ਸੈਂਟਰ ਸਰਕਾਰ ਸਿੱਧੀ ਜ਼ਿੰਮੇਵਾਰ ਹੋਊਗੀ। ਕੇਂਦਰ ਦੀ ਸਰਕਾਰ ਤਾਂ ਪਹਿਲੇ ਦਿਨ ਤੋਂ ਹੀ ਜ਼ਿੰਮੇਵਾਰ ਹੈ, ਕਿਉਂਕਿ ਕਦੇ ਥਾਲੀਆਂ ਖੜਕਾਉਂਦੇ ਨੇ, ਕਦੇ ਸ਼ੰਖ ਵਜਾਉਂਦੇ ਨੇ, ਕਦੇ ਤਾੜੀਆਂ ਵਜਾਉਂਦੇ ਨੇ, ਤੇ ਇਹਨਾਂ ਨੇ ਜਦੋਂ ਸਾਡੇ ਇੱਥੇ ਕੇਸ ਬਹੁਤ ਘੱਟ ਸੀਗੇ ਤਾਂ ਉਸ ਵੇਲੇ ਇਹਨਾਂ ਨੇ ਗੱਡੀਆਂ ਬੰਦ ਕਰਤੀਆਂ, ਲੋਕਾਂ ਨੂੰ ਪੈਦਲ ਜਾਣਾ ਪਿਆ, ਤੇ ਸ਼ਹਿਰਾਂ ਦੇ ਵਿੱਚ ਲੋਕ ਇਕੱਠੇ ਹੋ ਗਏ ਇੱਕ ਜਗ੍ਹਾ ਤੇ, ਜਦੋਂ ਉਹਦੇ ਨਾਲ ਇਹਨੇ ਮਹਾਮਾਰੀ ਨੇ ਵਧਣਾ ਹੀ ਸੀ। ਤੇ ਇਹ ਹਰ ਗੱਲ ਦੇ ਵਿੱਚ ਜਿਹੜੀ ਸਾਡੀ ਕੇਂਦਰ ਦੀ ਸਰਕਾਰ ਹੈ, ਹਰ ਗੱਲ ਦੇ ਵਿੱਚ ਸਿਆਸੀ ਤੌਰ ਦੇ ਉੱਤੇ ਬਿਹੇਵ ਕਰਦੀ ਰਹੀ ਹੈ। ਤਬਲੀਗੀਆਂ ਦਾ ਨਾਮ ਲਾਉਣ ਲੱਗੇ ਵੀ ਤਬਲੀਗੀਆਂ ਕਰਕੇ ਇਹ ਕਰੋਨਾ ਫੈਲ ਰਿਹਾ। ਹਾਲਾਂਕਿ ਉਸ ਵੇਲੇ ਇੱਥੇ ਜਦੋਂ ਟਰੰਪ ਨੂੰ ਬੁਲਾਇਆ,
ਟਰੰਪ ਨੂੰ ਜਦੋਂ ਬੁਲਾਇਆ ਫਰਵਰੀ ਦੇ ਹਾਂ, ਵਿੱਚ ਬਿਲਕੁਲ। 1 ਲੱਖ ਬੰਦਾ ਇਹਨਾਂ ਨੇ ਉੱਥੇ ਇਕੱਠਾ ਕੀਤਾ। ਉਹਦਾ ਦਿਨ ਇੱਥੇ ਜਨਵਰੀ ਸ਼ੁਰੂ ਹੋ ਗਿਆ। 30 ਜਨਵਰੀ ਨੂੰ ਪਹਿਲਾ ਕੇਸ ਸਾਡੇ ਕੇਰਲਾ ਦੇ ਵਿੱਚ ਆਇਆ ਸੀਗਾ ਬਿਲਕੁਲ। ਤੇ ਫਰਵਰੀ ਦੇ ਵਿੱਚ ਟਰੰਪ ਨੂੰ ਬੁਲਾ ਕੇ ਉੱਥੇ 1 ਲੱਖ ਬੰਦਾ ਇਹ ਇਕੱਠਾ ਕਰ ਰਹੇ ਨੇ ਤੇ ਫਿਰ ਇਹਨਾਂ ਨੇ ਟ੍ਰੇਨਾਂ ਬੰਦ ਕਰਤੀਆਂ। ਹੁਣ ਜਦੋਂ ਇਹ ਬੜਾ ਪੀਕ ਤੇ ਪਹੁੰਚਿਆ ਹੋਇਆ ਸੀ ਉਦੋਂ ਫਿਰ ਇਹਨਾਂ ਨੇ ਟ੍ਰੇਨਾਂ ਸਟਾਰਟ ਕੀਤੀਆਂ। ਲੋਕਾਂ ਨੂੰ ਘਰਾਂ 'ਚ ਵੀ ਬੰਦ ਕਰਤਾ ਉਸ ਵੇਲੇ, ਜਦੋਂ ਕਿ ਲੋਕਾਂ ਨੂੰ ਉਸ ਵੇਲੇ ਮੌਕਾ ਦੇਣਾ ਚਾਹੀਦਾ ਸੀ। ਈਵਨ ਬੰਗਲਾਦੇਸ਼ ਵਰਗੇ ਮੁਲਕ ਨੇ ਵੀ ਲੋਕਾਂ ਨੂੰ ਕਿਹਾ ਵੀ ਤੁਸੀਂ 4 ਦਿਨਾਂ 'ਚ ਆਪਣੇ ਆਪਣੇ ਘਰਾਂ ਨੂੰ ਚਲੇ ਜਾਓ, ਉਸ ਤੋਂ ਬਾਅਦ ਅਸੀਂ ਲਾਕਡਾਊਨ ਕਰਨਾ ਹੈ। ਇਹਨਾਂ ਨੇ ਤਾਂ ਰਾਤ ਨੂੰ 8 ਵਜੇ ਅਨਾਉਂਸ ਕਰ ਰਹੇ ਨੇ ਤੇ 12 ਵਜੇ ਲਾਕਡਾਊਨ ਕਰਤਾ। ਹਾਂ, ਉਦੋਂ ਸਿਰਫ ਮੇਰੇ ਖਿਆਲ ਦਰਸ਼ਕ ਜਾਣਦੇ ਨੇ, ਚੰਗੀ ਭਲੀ ਭਾਂਤ ਜਾਣਦੇ ਨੇ, ਉਦੋਂ 500 ਪੇਸ਼ੈਂਟ ਸੀਗਾ ਕਰੋਨਾ ਵਾਇਰਸ ਦਾ, ਜਿਹੜਾ ਜਦੋਂ ਇਹਨਾਂ ਨੇ 22 ਮਾਰਚ ਨੂੰ ਮਤਲਬ ਪਹਿਲਾਂ ਇਹਨਾਂ ਨੇ ਮਤਲਬ ਜਿਹੜਾ ਵਾ ਵਲੰਟਰਲੀ ਕਰਫਿਊ ਲਾਇਆ, ਫਿਰ ਲਾਕਡਾਊਨ ਲਾਇਆ ਤੇ ਸਾਡੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਉਹ ਤੋਂ ਵੀ ਵੱਧ ਕੇ ਕਰਫਿਊ ਲਾ ਦਿੱਤਾ, ਜਿਹੜਾ ਕਾਫੀ ਸਮਾਂ ਚੱਲਦਾ ਰਿਹਾ। ਕਾਫੀ ਸਮਾਂ ਟ੍ਰੇਨਾਂ ਜਿਹੜੀਆਂ ਨੇ ਉਹ ਬੰਦ ਰਹੀਆਂ ਨੇ। ਮਤਲਬ ਉਦੋਂ ਇਹਨਾਂ ਦੀ ਕੋਲੇ ਦੀ ਘਾਟ ਨਹੀਂ ਆਈ, ਕਹਿੰਦੇ ਵੀ ਉਦੋਂ ਲਾਈਟ ਦਾ ਸਾਰਾ ਕੁਝ ਚੱਲਦਾ ਰਿਹਾ। ਤੇ ਅੱਜ ਸਾਡੇ ਮੁੱਖ ਮੰਤਰੀ ਸਾਹਿਬ ਜਿਹੜੇ ਆ ਉਹਨਾਂ ਨੇ ਵੀ ਇੱਕ ਥ੍ਰੈਟ ਕਰ ਦਿੱਤਾ ਵੀ ਜੇ ਤੁਸੀਂ 3 ਦਿਨ ਦੇ ਵਿੱਚ ਜਿਹੜਾ ਕੋਲਾ ਥਰਮਲ ਪਲਾਂਟਾਂ ਤੋਂ ਖਤਮ ਹੋ ਜੂ, ਇੱਥੇ ਡਾਰਕ ਚ ਆ ਜਾਊਗਾ। ਦੇਖੋ ਕਿੱਡੀ ਮੋਟਰਸਾਈਕਲ ਮਤਲਬ ਇਹਨੂੰ ਮਤਲਬ ਜਿਹੜਾ ਸੰਘਰਸ਼ ਚੱਲ ਰਿਹਾ, ਜਿਹੜਾ ਕਿਸਾਨ ਜਥੇਬੰਦੀਆਂ ਚਲਾ ਰਿਹਾ, ਉਹਨੂੰ ਖਤਮ ਕਰਨ ਲਈ, ਉਹਨੂੰ ਮਤਲਬ ਡਿਮੋਲਿਸ਼ ਕਰਨ ਲਈ ਇਹਨਾਂ ਨੇ ਜਿਹੜਾ ਵਾ ਇਹ ਕਹਿ ਦਿੱਤਾ। ਤੇ ਹੁਣ ਦੇਖਣਾ ਤੇ ਕਿਉਂਕਿ ਕਿਸਾਨ ਜਥੇਬੰਦੀਆਂ ਜਿਹੜਾ ਇਸ ਸੰਘਰਸ਼ ਨੂੰ ਲੈ ਕੇ ਚੱਲ ਰਹੀਆਂ ਨੇ, ਇਹਨੂੰ ਮਤਲਬ ਇਹ ਜਿਹੜੇ ਐਕਟ ਨੇ ਉਹਨਾਂ ਨੂੰ ਖਤਮ ਕਰਾਉਣ ਲਈ, ਤੇ ਉਹਨਾਂ ਨੇ ਦੇਖਣਾ ਵੀ ਇਹਨਾਂ ਦੀ ਗੱਲਾਂ ਦੇ ਲੀਡਰਾਂ ਦੀਆਂ ਜਾਂ ਸਰਕਾਰ ਦੀਆਂ ਗੱਲਾਂ ਦੇ, ਸਰਕਾਰ ਜਿਹੜੀ ਆ ਉਹ ਸੰਘਰਸ਼ ਨੂੰ ਖਤਮ ਕਰਦੀ ਆ, ਪਹਿਲਾਂ ਉਹਨੂੰ ਪੈਦਾ ਕਰਦੀ ਆ, ਫਿਰ ਉਹਨੂੰ ਖਤਮ ਕਰਦੀ ਤੇ ਵੀ ਉਹ ਖਤਮ ਨਾ ਹੋ ਜੇ। ਮਨਜੀਤ ਸਿੰਘ ਜੀ, ਜਿਸ ਤਰ੍ਹਾਂ ਹੁਣ ਲਾਕਡਾਊਨ ਚੱਲਿਆ, ਕਰੋਨਾ ਵਾਇਰਸ ਦਾ ਜਿਹੜਾ ਵਾ ਉਹ ਭਿਆਨਕ ਸਮਾਂ ਜਿਹੜਾ ਅਜੇ ਵੀ ਮਤਲਬ ਚੱਲ ਰਿਹਾ ਆ, ਜੇ ਆਪਾਂ ਦੇਖੀਏ ਤੇ ਤੁਹਾਡੇ ਜਿਹੜਾ ਕਾਰੋਬਾਰੀ ਹੋ ਹਿਊਮਨ ਰਾਈਟਸ ਦੇ ਕੰਮ ਦੇ ਨਾਲ ਨਾਲ, ਤੇ ਤੁਹਾਡੇ ਕਾਰੋਬਾਰ ਤੇ ਤੁਹਾਡੇ ਤੋਂ ਅਸੀਂ ਇਹ ਕਰਕੇ ਪੁੱਛਦੇ ਵੀ ਲੋਕਾਂ ਦੇ ਕਾਰੋਬਾਰ ਤੇ ਕਿੰਨਾ ਜ਼ਿਆਦਾ ਫਰਕ ਹੋਇਆ? ਜੀ ਪਹਿਲਾਂ ਗੱਲ ਹੈ ਜੀ, ਆਪਣਾ ਪੰਜਾਬ ਇੱਕ ਸਾਰਾ ਹੀ ਬਿਜ਼ਨਸ ਜਿਹੜਾ ਆ ਉਹ ਕੰਮਕਾਰ ਤੇ ਡੇਲੀ ਰੂਟੀਨ ਤੇ ਡਿਪੈਂਡ ਕਰਦਾ ਹੈ। ਉਹ ਜਦੋਂ ਲਾਕਡਾਊਨ ਹੋਇਆ ਤਕਰੀਬਨ ਸਾਰੇ ਕੰਮਕਾਰ ਜਿਹੜੇ ਸਾਰੇ ਬੰਦ ਹੋ ਗਏ। ਇਹਦੇ ਨਾਲ ਫਾਈਨੈਂਸ਼ੀਅਲ ਟੋਟਲ ਰਿਕਵਰੀ ਬਹੁਤ ਜ਼ਿਆਦਾ ਲਾਸ ਹੋ ਗਿਆ। ਅੱਜ ਦੀ ਡੇਟ 'ਚ ਦੇਖੋ ਫੂਡ ਇੰਡਸਟਰੀ, ਹੋਟਲ ਇੰਡਸਟਰੀ ਸਾਰੀ ਟੋਟਲ ਬਿਲਕੁਲ ਡਿਸਟਰਬ ਹੋਈ, ਜਿਹੜੀ ਅੱਜ ਤੱਕ ਨਹੀਂ ਖੁੱਲੀ ਹੋਈ। ਜਿਹੜੇ ਕਿ ਲੋਕਾਂ ਦੇ ਫੰਕਸ਼ਨ ਮੈਰਿਬਲ ਮਤਲਬ ਇਹਦੇ ਬਾਰੇ ਕੁਝ ਸੋਚਿਆ ਜਾਂਦਾ ਤੇ ਜਿਹੜਾ ਫਾਈਨੈਂਸ਼ੀਅਲ ਸਿਸਟਮ ਸਾਰਾ ਰਿਕਵਰ ਹੁੰਦਾ ਤੇ ਸਾਰਾ ਕੁਝ ਖਿਲਰਦਾ। ਅੱਜ ਜਿਹੜੇ ਜਿਹਨੂੰ ਪੁੱਛ ਲਓ ਜਾਂ ਬਹੁਤ ਟਾਈਟ ਆ, ਪੈਸੇ ਜੇਬ 'ਚ ਹੈ ਨਹੀਂ, ਪੈਸੇ ਜੇਬ ਖਾਲੀ ਹੋ ਗਏ, ਵਿਦਆਊਟ ਪੈਸੇ ਪਹਿਲਾਂ ਪੈਸੇ ਘੁੰਮ ਰਿਹਾ। ਇਹਦੇ ਬਾਰੇ ਕੁਝ ਗੌਰਮੈਂਟ ਸੋਚਣਾ ਚਾਹੀਦਾ ਸੀ, ਕੁਝ ਹੱਲ ਕੱਢਦੇ ਇਸ ਗੱਲ ਦਾ। ਮਤਲਬ ਕਾਫੀ ਜਿਹੜਾ ਬਿਜ਼ਨਸ ਹੈ ਉਹ ਕਾਫੀ ਡਾਊਨ, ਤੁਹਾਡਾ ਮੈਡੀਸਨ ਦਾ ਜਿਹੜਾ ਬਿਜ਼ਨਸ ਹੈ ਉਹ ਵੀ ਡਾਊਨ ਗਿਆ। ਲੇਬਰ ਕੋਲ ਚਲੀ ਗਈ, ਲੇਬਰ ਨੂੰ ਇੱਕਦਮ ਜਾਣਾ ਪੈ ਗਿਆ। ਇਹਨਾਂ ਲੇਬਰ ਨੂੰ ਕਿਉਂ ਭੇਜਿਆ? ਆਪ ਸ਼ੇਡ ਦੇ ਕੇ ਲੇਬਰ ਨੂੰ ਭੇਜਿਆ, ਬਾਅਦ ਲੇਬਰ ਨੂੰ ਇੱਥੇ ਟਿਕਾ ਕੇ ਰੱਖਦੇ ਜਾਂ ਉਹਦੀ ਹੈਲਪ ਕਰਦੇ ਜਾਂ ਉਹਨੂੰ ਸਰਵਾਈਵ ਕਰਦੇ, ਕੁਝ ਮਸਲਾ ਹੱਲ ਹੋ ਜਾਣਾ ਸੀਗਾ। ਸਾਰੀ ਇੰਡਸਟਰੀ ਬੰਦ ਹੋ ਗਈ ਇੱਕਦਮ। ਧੰਨਵਾਦ ਮਨਜੀਤ ਸਿੰਘ ਜੀ। ਦਰਸ਼ਕੋ, ਕਿਉਂਕਿ ਸਾਡੇ ਨਾਲ ਅੱਜ ਈਐਨਟੀ ਸਪੈਸ਼ਲਿਸਟ ਜਿਹੜੇ ਨੇ, ਜਿਹੜੇ ਉਹ ਮਤਲਬ ਇੱਕ ਮਤਲਬ ਸੀਪੀਆਈ ਦੇ ਕੋਈ ਮੁੱਖ ਮਤਲਬ ਨੈਸ਼ਨਲ ਲੈਵਲ ਦੇ ਵੀ ਮਤਲਬ ਮੈਂਬਰ ਨੇ ਸ਼ਾਇਦ, ਤੇ ਨੈਸ਼ਨਲ ਕਾਉਂਸਲ ਦੇ ਮੈਂਬਰ ਨੇ। ਅਸੀਂ ਇਹਨਾਂ ਵੱਲ ਇੱਕ ਧਿਆਨ ਰੱਖਾਂਗੇ ਮਤਲਬ ਮੇਨ ਮੁੱਦੇ ਦਾ, ਕਿਉਂਕਿ ਪਹਿਲੀ ਵਾਰ ਸਾਡੇ ਨਾਲ ਜੁੜੇ ਨੇ। ਮਤਲਬ ਤੁਹਾਨੂੰ ਕਿਉਂਕਿ ਅਸੀਂ ਸੋਚਾਂਗੇ ਵੀ ਇਹਨਾਂ ਤੋਂ ਵੱਧ ਜਿਹੜੀ ਜਾਣਕਾਰੀ ਹੈ ਉਹ ਤੁਹਾਡੇ ਤੱਕ ਅਸੀਂ ਪਹੁੰਚਾਈਏ। ਡਾਕਟਰ ਸਾਹਿਬ, ਜਿਸ ਤਰ੍ਹਾਂ ਤੁਸੀਂ ਮਤਲਬ ਕਿਉਂਕਿ ਮਤਲਬ ਆਮ ਲੋਕਾਂ ਨੂੰ ਮਤਲਬ ਪਹਿਲਾਂ ਹੀ ਦੱਸਿਆ ਗਿਆ ਵੀ ਇਹ ਜਿਹੜਾ ਵਾਇਰਸ ਹੈ ਪਹਿਲਾਂ ਨੱਕ ਦੇ ਵਿੱਚ ਜਾਂ ਅੱਖ ਜਾਂ ਮਤਲਬ ਮੂੰਹ ਦੇ ਰਾਹੀਂ ਜਿਹੜਾ ਅੰਦਰ ਐਂਟਰ ਹੁੰਦਾ, ਤੇ ਤੁਸੀਂ ਇਹਨਾਂ ਦੇ ਹੀ ਡਾਕਟਰ ਹੋ, ਤੁਸੀਂ ਇਹਨੂੰ ਮਤਲਬ ਕਿਸ ਤਰ੍ਹਾਂ ਮਤਲਬ ਜਦੋਂ ਦੇਖਦੇ ਹੋ ਤੇ ਤੁਹਾਨੂੰ ਕਿੱਦਾਂ ਫੀਲ ਹੁੰਦਾ ਵੀ ਮਤਲਬ ਤੁਸੀਂ ਇਹ ਤੋਂ, ਕਿਉਂਕਿ ਆਮ ਡਾਕਟਰਾਂ ਨੇ ਤੇ ਕਰੋਨਾ ਵਾਇਰਸ ਦੇ ਦੌਰਾਨ ਆਪਣੇ ਕਲੀਨਿਕ ਬੰਦ ਕਰਤੇ, ਹਸਪਤਾਲ ਬੰਦ ਕਰਤੇ ਭਾਜੀ, ਕਿੱਦਾਂ ਤੁਸੀਂ ਆਪਣਾ ਇਸ ਸਮੇਂ ਦੌਰਾਨ ਤੁਸੀਂ ਆਪਣਾ ਜਿਹੜਾ ਪੇਸ਼ੈਂਟ ਨੂੰ ਦੇਖਦੇ ਰਹੇ ਤੁਸੀਂ? ਮੈਂ ਤੇ ਜੀ ਇੱਕ ਦਿਨ ਵੀ ਕਲੀਨਿਕ ਬੰਦ ਨਹੀਂ ਕੀਤਾ। ਅੱਛਾ, ਇਹ ਹੈ ਕਿ ਮੈਂ ਵਰਦੀ ਬਦਲ ਲਈ, ਪੂਰਾ ਪੀਪੀ ਪਾ ਕੇ, ਉਹਦੀ ਫੋਟੋ ਤੁਹਾਨੂੰ ਬਾਅਦ ਦਿਖਾ ਦਾਂਗਾ, ਪੂਰਾ ਪੀਪੀ ਪਾ ਕੇ ਮੇਰੇ ਸਰੀਰ ਦਾ ਇੱਕ ਵੀ ਮਤਲਬ ਚਮੜੀ ਦਾ ਹਿੱਸਾ ਨਹੀਂ ਦਿਖਦਾ ਉਹਦੇ ਵਿੱਚ। ਤੇ ਮੈਂ ਟ੍ਰਿਪਲ ਮਾਸਕ ਲਗਾ ਕੇ, ਉੱਪਰ ਫੇਸ ਸ਼ੀਲਡ ਲਗਾ ਕੇ ਮੈਂ ਲਗਾਤਾਰ ਪੇਸ਼ੈਂਟ ਦੇਖੇ ਹੈ। ਇੱਕ ਡਾਕਟਰ ਦੇ ਤੌਰ ਤੇ ਮੈਂ ਕਿਵੇਂ ਮਰੀਜ਼ ਦੇਖਣੇ ਬੰਦ ਕਰ ਸਕਦਾ? ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ। ਇਹ ਲੜਾਈ ਹੈ ਨਾ, ਵਾਇਰਸ ਦੇ ਨਾਲ ਲੜਾਈ ਹੈ ਸਾਡੀ ਮਨੁੱਖ ਜਾਤੀ ਦੀ। ਵਾਇਰਸ ਆਇਆ, ਅਸੀਂ ਉਹਦਾ ਮੁਕਾਬਲਾ ਕਰਨਾ ਹੈ, ਉਹਨੂੰ ਬਚਾਏਗਾ, ਉਹਦੇ ਬਾਰੇ ਜਾਣਕਾਰੀ ਕੌਣ ਦੇਗਾ, ਇਲਾਜ ਕੌਣ ਕਰੇਗਾ? ਡਾਕਟਰ ਹੀ ਕਰੇਗਾ ਨਾ, ਜਾਂ ਹੋਰ ਸਿਹਤ ਕਰਮੀ ਨਾਲ ਉਹਦੇ ਨਾਲ ਮਿਲ ਕੇ ਨਰਸਾਂ ਕਰਨਗੀਆਂ।
ਤੇ ਹੋਰ ਜੋ ਆਪਣੇ ਲੈਬੋਰਟਰੀ ਵਾਲੇ ਕਰਨਗੇ, ਵਾਰਡ ਬॉय ਕਰਨਗੇ, ਜਨਤਾ 'ਚ ਜੋ ਆਸ਼ਾ ਵਰਕਰ ਕਰਨਗੇ ਜਾਂ ਫਿਰ ਆਂਗਨਵਾੜੀ ਵਰਕਰ ਕਰਨਗੇ, ਇਹ ਸਭ ਜਾ ਕੇ ਜਨਤਾ ਜਾਣਕਾਰੀ ਦੇਣਗੇ। ਜੇ ਇਹੀ ਕਰ ਬੈਠ ਜਾਣਗੇ ਤੇ ਫਿਰ ਜੇ ਫੌਜ ਦੇ ਵਿੱਚ ਲੜਾਈ ਚੱਲਦੀ ਹੋਵੇ ਤੇ ਸਿਪਾਹੀ ਕਹਿੰਦੇ ਇੱਥੇ ਜਾਣਾ ਹੀ ਨਹੀਂ, ਫਿਰ ਤਾਂ ਲੜਾਈ ਹਾਰੀ ਗਈ ਨਾ, ਲੜਨ ਤੋਂ ਪਹਿਲੇ ਹੀ ਹਾਰ ਗਈ। ਸੋ ਇਸ ਲਈ ਇੱਕ ਡਾਕਟਰ ਨੂੰ ਕਦੇ ਵੀ ਆਪਣੇ ਤਰੀਕੇ ਬਦਲ ਰਹੇ ਹੋ। ਹੁਣ ਕਈ ਡਾਕਟਰ ਨੇ ਬਾਅਦ ਵਿੱਚ 2 ਮਹੀਨੇ ਦੇ ਬਾਅਦ ਜਦੋਂ ਕਿ ਕੇਸ ਵੱਧ ਗਏ, ਮੈਂ ਕਹਿੰਦਾ ਵੀ ਹੁਣ ਤੇ ਕੇਸ ਵੱਧ ਗਏ, ਹੁਣ ਤੁਸੀਂ ਦੇਖਣ ਲੱਗੇ ਮਰੀਜ਼ ਤੇ ਉਹ ਤੁਸੀਂ ਫੇਸ ਸ਼ੀਲਡ ਲਾ ਕੇ ਦੇਖੋ, ਠੀਕ ਹੈ, ਫਾਈਨ, अच्छी गल है, शील्ड लगा के, लेकिन काम बंद ना करो। मैं एक दिन भी बंद नहीं किया, मेरे तो फील्ड भी ENT है, हाई रिस्क है। हाँ बिल्कुल, ENT से डेंटल हाई रिस्क है, तो ਉਹਦਾ असर ਕੀ ਹੋਇਆ, ਮੈਨੂੰ ਇਨਫੈਕਸ਼ਨ ਹੋ ਵੀ ਗਈ, ਠੀਕ ਹੈ, ਵੀ ਹੋਗੀ ਤਾਂ ਮੇਰੇ ਤੋਂ ਠੀਕ ਹੋ ਗਿਆ, ਅੱਛੀ ਗੱਲ ਹੈ, ਲੇਕਿਨ ਨੁਕਸਾਨ ਵੀ ਹੋ ਜਾਂਦਾ ਹੈ। ਕਈ ਡਾਕਟਰ ਮਰੇ ਵੀ ਨੇ, ਕਰੀਬ 500 ਤੋਂ ਉੱਪਰ ਡਾਕਟਰ ਮਰੇ ਹਿੰਦੁਸਤਾਨ 'ਚ ਇਸ ਚੱਕਰ 'ਚ, ਕੋਰੋਨਾ ਦੇ ਦੌਰਾਨ ਜੀ, ਜਿਹਦਾ ਕਿ ਸਰਕਾਰ ਨੇ ਜਿਹਦੇ ਬਾਰੇ ਕੋਈ ਇਹਦੇ ਬਾਰੇ ਸੋਚਿਆ ਨਹੀਂ ਹੈ। ਉਹ ਸਿਰਫ ਤਾਲੀਆਂ ਖੜਕਾਉਣ ਤੱਕ ਜਾਂ ਫਿਰ ਘੰਟੀਆਂ ਵਜਾਉਣ ਤੱਕ ਹੀ ਸਰਕਾਰ ਰਹੀ ਹੈ। ਉਸ ਤੋਂ ਇਲਾਵਾ ਡਾਕਟਰਾਂ ਦੇ ਹੋਰ ਸਿਹਤ ਕਰਮੀ, ਮਤਲਬ 500 ਤੋਂ ਉੱਪਰ ਦੇ ਡਾਕਟਰ ਹੈ, ਬਾਕੀ ਸਿਹਤ ਕਰਮੀ ਕਿੰਨੇ ਹੈ, ਉਹਨਾਂ ਦੀ ਗਿਣਤੀ ਨਾਲੋਂ ਵੱਧ ਹੀ ਹੈ, ਕਿਉਂਕਿ ਨਰਸਾਂ ਨੇ ਬਹੁਤ ਕੰਮ ਕੀਤਾ ਹੈ, ਆਸ਼ਾ ਵਰਕਰਾਂ ਨੇ ਬਹੁਤ ਕੰਮ ਕੀਤਾ ਘਰ ਜਾ ਜਾ ਕੇ, ਉਹਨਾਂ ਸਭ ਦੀ ਗਿਣਤੀ ਬਹੁਤ ਹੈ, ਲੇਕਿਨ ਉਹਦੇ ਬਾਰੇ ਕੁਝ ਸਰਕਾਰ ਵੱਲੋਂ ਕੁਝ ਨਹੀਂ ਹੈ। ਇਨਸੈਂਟਿਵ ਆਸ਼ਾ ਕਰਮੀਆਂ ਨੂੰ ਜੋ ਪੰਜਾਬ ਸਰਕਾਰ ਪਹਿਲੇ ਦਿੰਦੀ ਸੀ, ਲੇਕਿਨ ਉਹ ਵੀ ਜੁਲਾਈ ਤੋਂ ਬੰਦ ਕਰ ਦਿੱਤਾ ਗਿਆ। ਤੇ ਇਹ ਸਥਿਤੀ ਜਦੋਂ ਆਉਂਦੀ ਹੈ ਤੇ ਫਿਰ ਜਿਹੜਾ ਹੈ ਨਾ ਮਨੋਬਲ ਦਿਖਦਾ ਹੈਗਾ। ਜਿਹੜੇ ਲੋਕ ਇਸ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਨੂੰ ਤੁਹਾਨੂੰ ਹੌਸਲਾ ਦੇਣਾ ਚਾਹੀਦਾ। ਤਾਲੀਆਂ ਜਾਂ ਫੁੱਲਾਂ ਦੀ ਬਰਸਨ ਨਾਲ ਕੁਝ ਨਹੀਂ ਹੁੰਦਾ। ਲਗਾਤਾਰ ਸ਼ੁਰੂ ਤੇ ਪੀਪੀ ਕਿਟ ਵੀ ਨਹੀਂ ਸੀਗੇ, ਬਹੁਤ ਦੇਰ ਬਾਅਦ ਪੀਪੀ ਕਿਟ ਮਿਲਣ ਲੱਗੇ, ਚਲੋ ਬਾਅਦ ਚ ਆ ਗਏ, ਹੌਲੀ ਹੌਲੀ ਸਭ ਕੁਝ ਆ ਹੀ ਜਾਂਦਾ ਹੈ। ਲੇਕਿਨ ਜਦੋਂ ਲੜਾਈ ਸ਼ੁਰੂ ਹੋਈ ਉਦੋਂ ਤੁਸੀਂ ਬਿਨਾਂ ਬਖਤਰ ਬੰਦ ਜਾਂ ਬਿਨਾਂ ਟੈਂਕ ਦੇ ਫੌਜ ਨੂੰ ਭੇਜਦੇ ਹੋ ਤਾਂ ਫਿਰ ਯਾਨੀ ਕੀ ਅਸਰ ਹੋਏਗਾ ਉਹਦਾ ਅਸੀਂ ਦੇਖਿਆ ਹੀ ਹੈ। ਹੋਰ ਜਿੰਨਾ ਚਿਰ ਮੌਤ ਚੱਲਿਆ 6 ਦੀ ਕੈਲਕੂਲੇਸ਼ਨ ਜਾਂਦੀ ਸੀ, ਸਿਰਫ ਕਰੋਨਾ ਕਰਕੇ ਆਉਂਦੀ ਸੀ। ਹਜੇ ਕਿ ਆਪਾਂ ਇਸ ਦੇਸ਼ 'ਚ ਜਾਂ ਪੰਜਾਬ ਦੇ ਮੁਲਕ 'ਚ ਹੋਰ ਬੜੀਆਂ ਪ੍ਰੋਬਲਮ ਬਿਮਾਰੀਆਂ ਹੈਗੀਆਂ ਜਿਹੜੀ ਕਿ ਡੈਥ ਦਾ ਕਾਜ਼ ਬਣਦੀਆਂ, ਕੀ ਪਤਾ ਉਹਨਾਂ ਦਾ ਨਾਂ ਉਹਨਾਂ ਦੀ ਗਿਣਤੀ ਕਿਉਂ ਨਹੀਂ ਲੈਗੀ, ਉਹ ਸਾਰੇ ਕਰੋਨਾ ਦੇ ਪਿੱਛੇ ਕਿਉਂ। ਬਿਲਕੁਲ ਤੁਹਾਡੀ ਗੱਲ ਠੀਕ ਹੈ। ਸਾਡੇ ਦੇਸ਼ 'ਚ ਹਰ ਰੋਜ਼ ਲਗਭਗ 1400 ਮਰੀਜ਼ ਟੀਬੀ ਨਾਲ ਮਰਦਾ, ਹਰ ਰੋਜ਼ ਟੀਬੀ ਨਾਲ ਮਰਦਾ। ਉਹਨਾਂ ਦਾ ਕੋਈ ਚਰਚਾ ਨਹੀਂ ਆ ਰਿਹਾ। ਉਹ ਤਾਂ ਪਹਿਲੇ ਵੀ ਮਰ ਰਹੇ ਸੀ, ਕੋਈ ਚਰਚਾ ਨਹੀਂ ਸੀ ਹੋ ਰਿਹਾ। ਸ਼ੂਗਰ ਨਾਲ ਜੋ ਉਹ ਤੋਂ ਨਾਲ ਜੋ ਜੁੜੀਆਂ ਹੋਈਆਂ ਨਾਲ ਜੋ ਮੈਲ ਨਿਊਟ੍ਰੀਸ਼ਨ ਮੈਂ ਖੁਰਾਕ ਦੀ ਕਮੀ ਨਾਲ ਕੈਂਸਰ ਨਾਲ ਮਰਦੇ ਨੇ, ਇਹ ਸਭ ਨਾਲ ਮਰਦੇ ਨੇ। ਉਹਨਾਂ ਦੇ ਚਰਚੇ ਸਭ ਤੋਂ ਵੱਡੀ ਗੱਲ ਜਿਹੜੀ ਤੁਸੀਂ ਕਹੀ ਨਾ, ਖੁਰਾਕ ਦੀ ਕਮੀ, ਖੁਰਾਕ ਦੀ ਕਮੀ ਨਾਲ ਬਹੁਤ ਮਰਦੇ ਨੇ। ਕੀ ਵਜ੍ਹਾ ਵੀ ਉਹਨਾਂ ਦੁਨੀਆ ਵਿੱਚ ਸਭ ਤੋਂ ਵੱਧ ਮੌਤਾਂ ਖੁਰਾਕ ਦੀ ਕਮੀ ਦੇ ਕਾਰਨ ਹਿੰਦੁਸਤਾਨ ਕੀ ਵਜ੍ਹਾ ਕਰੋਨਾ ਕਰਕੇ ਐਡ ਹੁੰਦੀ ਵੀ ਕਰੋਨਾ ਕਰਕੇ ਗਿਆ, ਕਰੋਨਾ ਦੀ ਡੈਥ ਹੋਈ। ਦੁਨੀਆ ਵਿੱਚ ਜਿਹੜੇ 4 ਮੁਲਕ ਸਭ ਤੋਂ ਘੱਟ ਸਿਹਤ ਸੇਵਾਵਾਂ ਤੇ ਖਰਚ ਕਰਦੇ ਨੇ, ਹਿੰਦੁਸਤਾਨ ਉਹਨਾਂ ਦੇ ਇੱਕ ਹੈ। ਇੱਕ ਬੜਾ ਇਹ ਸਿਹਤ ਸੇਵਾ ਠੀਕ ਹੈ। ਡਾਕਟਰ ਦੱਸਿਓ ਗੱਲ ਵੀ ਜਿਹੜੀ ਕੇਂਦਰ ਦੀ ਸਰਕਾਰ ਹੈ, ਇਹਦੀ ਪਹਿਲੇ ਦਿਨ ਤੋਂ ਹੀ ਅਨਸਾਇੰਟਿਫਿਕ ਅਪਰੋਚ ਨਹੀਂ ਰਹੀ ਹੈਗੀ। ਕੋਈ ਮੰਤਰੀ ਇਹਨਾਂ ਦਾ ਕਹਿ ਰਿਹਾ ਵੀ ਗੋਬਰ ਮੰਨ ਲਓ, ਕੋਈ ਕਹਿ ਰਿਹਾ ਵੀ ਗਊ ਦਾ ਪਿਸ਼ਾਬ ਪੀ ਲਓ, ਕੋਈ ਕਹਿ ਰਿਹਾ ਹੈ ਕਿ ਵੀ ਇਹ ਮਹਾਭਾਰਤ 18 ਦਿਨ ਚ ਜਿੱਤੀ ਸੀ ਤੇ ਅਸੀਂ 21 ਦਿਨ ਚ ਜਿੱਤ ਲਾਂਗੇ। ਕੀ ਮਤਲਬ ਸਾਇੰਟਿਫਿਕ ਅਪਰੋਚ ਜਿਹੜੀ ਹੈਗੀ ਹੈ ਗਵਰਨਮੈਂਟ ਵੱਲੋਂ, ਜੇ ਇੱਕ ਸਾਡੇ ਦੇਸ਼ ਦੇ ਮੁਖੀ ਨੇ ਜਿਹੜੇ ਉਹ ਸਾਇੰਟਿਫਿਕ ਅਪਰੋਚ ਨਹੀਂ ਰੱਖਣਗੇ ਤਾਂ ਥੱਲੇ ਲੋਕ ਫਿਰ ਜੈਸਾ ਰਾਜਾ ਵੈਸੀ ਪ੍ਰਜਾ, ਤੇ ਥੱਲੇ ਲੋਕਾਂ ਤੇ ਵੀ ਉਸ ਤਰ੍ਹਾਂ ਦਾ ਪ੍ਰਭਾਵ ਨਹੀਂ ਪੈਂਦਾ। ਲੋਕਾਂ ਦਾ ਅਸਰ ਪੈਂਦਾ ਹੈ। ਜਦੋਂ ਪ੍ਰਧਾਨ ਮੰਤਰੀ ਕੁਝ ਕਹੇਗਾ ਤੇ ਲੋਕ ਉਹਨੂੰ ਮੰਨਣਗੇ। ਤੇ ਪ੍ਰਧਾਨ ਮੰਤਰੀ ਦੇ ਕਹਿਣ ਤੇ ਲੋਕਾਂ ਨੇ ਤਾੜੀਆਂ ਖੜਕਾਈਆਂ, ਇਹ ਸੋਚ ਕੇ ਵੀ ਸ਼ਾਇਦ ਇਹਦਾ ਵਾਇਰਸ ਭੱਜ ਜਾਏਗਾ। ਕਈ ਲੋਕ ਸੰਖ ਵਜਾਏ, ਦੇਖੋ ਕਈ ਲੋਕ ਦੇ ਸਿਰ ਦੇ ਵਿੱਚ ਥਾਲੀਆਂ ਮਾਰਦੇ ਨੇ। ਇੱਕ ਤਰ੍ਹਾਂ ਦੇ ਨਾ ਉੱਚੀਆਂ ਗੱਲਾਂ ਨੇ, ਇਹ ਗੈਰ ਵਿਗਿਆਨਕ ਗੱਲਾਂ ਨੇ। ਹੁਣ ਜੇ ਪ੍ਰਧਾਨ ਮੰਤਰੀ ਕਹੇ ਵੀ ਤਾੜੀਆਂ ਮਾਰ ਮਾਰ ਕੇ कि 18 दिन में महाभारत जीता, 21 दिन में इसको जीत लेंगे, दसो फिर की हल ऐसा ਦੀਆਂ ਗੱਲਾਂ ਕਰਕੇ ਨਹੀਂ ਜੋ ਇਹ ਵਿਗਿਆਨ ਤੇ ਮੈਂ ਤੇ ਅਖਬਾਰਾਂ 'ਚ ਬਹੁਤ ਵਾਰੀ ਲਿਖਿਆ ਤੇ ਵੀ ਇਹ ਵਿਗਿਆਨਿਕ ਲੜਾਈ ਹੈ। ਮਾਹਿਰਾਂ ਦੀਆਂ ਗੱਲਾਂ ਸੁਣੋ, ਉਹਦੇ ਮੁਤਾਬਕ ਚੱਲੋ। ਮਾਹਿਰਾਂ ਨੇ 2 ਸਾਲ ਪਹਿਲੇ ਕਹਿ ਦਿੱਤਾ ਸੀ ਕਿ ਇਹ ਮਹਾਮਾਰੀ ਆ ਸਕਦੀ ਹੈ। 2 ਸਾਲ ਪਹਿਲੇ ਜੇ ਹੈ ਜ਼ਿਕਰ ਹੈ, ਅੱਛਾ, ਲੇਕਿਨ ਉਦੋਂ WHO ਨੇ ਵੀ ਇਗਨੋਰ ਕੀਤਾ ਇਹਨੂੰ। ਕੀ ਡਾਕਟਰ ਸਾਹਿਬ ਮਤਲਬ ਜਿਹੜੇ ਸਾਡੇ ਪ੍ਰਧਾਨ ਮੰਤਰੀ ਨੇ ਜਾਂ ਇਹਨਾਂ ਦੇ ਨਾਲ ਹੋਰ ਕੇਂਦਰ ਦੇ ਮੰਤਰੀ ਨੇ, ਉਹਨਾਂ ਨੂੰ ਮਾਹਰਾਂ ਨਾਲ ਸਲਾਹ ਕਰਕੇ ਲੋਕਾਂ ਨੂੰ ਗਾਈਡ ਨਹੀਂ ਸੀ ਕਰਨਾ ਚਾਹੀਦਾ?
ਬਿਲਕੁਲ ਕਰਨਾ। ਇਹਨਾਂ ਨੇ ਇੱਕ ਟਾਸਕ ਫੋਰਸ ਵੀ ਬਣਾਈ, ਜੋ ਟਾਸਕ ਫੋਰਸ ਕਹਿੰਦੀ ਸੀ ਉਹਨੂੰ ਕਹਿੰਦੇ ਇਗਨੋਰ ਕੀਤਾ। ਜਿਹੜੀ ਤੁਸੀਂ ਪਹਿਲੇ ਗੱਲ ਕਹੀ ਵੀ ਟਰੰਪ ਆਇਆ ਤੇ ਲੱਖ ਬੰਦਾ ਇਕੱਠਾ ਕਰਤਾ, ਉਹਨੇ ਕਹਿੰਦੇ ਸੀ ਵੀ ਦੂਰੀ ਰੱਖੋ ਹੈ। ਇਹ ਤੇ ਫਿਰ ਦੇਖੋ ਤੁਸੀਂ ਕਿ ਇਹ ਫਿਰ ਉਸ ਤੋਂ ਬਾਅਦ ਦਿੱਲੀ ਦੰਗੇ ਹੋ ਰਹੇ ਸੀਗੇ। ਉਸ ਦੌਰਾਨ ਫਰਵਰੀ ਦੇ ਵਿੱਚ ਕੁਝ ਵੀ ਨਹੀਂ ਹੋਇਆ, ਜਦੋਂ ਕਿ ਪਹਿਲਾਂ ਕਿ ਸਾਡੇ 30 ਜਨਵਰੀ ਨੂੰ ਆ ਗਿਆ ਸੀਗਾ। ਜਦੋਂ ਮਾਰਚ ਵੀ ਪੂਰਾ ਲੰਘ ਗਿਆ, 13 ਮਾਰਚ ਨੂੰ ਐਡਵਾਈਜ਼ਰੀ ਆਈ ਹੈ ਵੀ ਕਰੋਨਾ ਹੈ ਪਰ ਇਹਦਾ ਕੋਈ ਖਤਰਾ ਨਹੀਂ ਹੈ। ਇਹ ਆਪਣੇ ਹੈਲਥ ਮਿਨਿਸਟਰ ਦੀ ਆਈ ਐਡਵਾਈਜ਼ਰੀ, ਤੇ 22 ਮਾਰਚ ਨੂੰ ਆ ਕੇ ਪ੍ਰਧਾਨ ਮੰਤਰੀ ਨੂੰ ਆ ਗਿਆ ਵੀ ਇੱਕ ਦਿਨ ਦਾ ਕਰਫਿਊ, ਉਸ ਤੋਂ ਬਾਅਦ ਫਿਰ ਪੱਕਾ ਹੀ ਕਰਫਿਊ ਲਾਤਾ, ਪੱਕਾ ਹੀ ਲਾਕਡਾਊਨ ਕਰਤਾ। ਡਾਕਟਰ ਸਾਹਿਬ ਤੁਸੀਂ, ਮੈਂ ਤਾਂ ਮੇਨ ਚੀਜ਼ ਤੁਹਾਡੇ ਕੋਲ ਪੁੱਛਣੀ ਚਾਹੁੰਦਾ, ਤੁਹਾਡੇ ਕੋਲ ਇੱਕ ਮੈਸੇਜ ਜਿਹੜਾ ਵਾ ਜਿਹੜੇ ਡਾਕਟਰਸ ਇਸ ਸਮੇਂ ਦੇ ਦੌਰਾਨ ਜਿਹੜੇ ਮਤਲਬ ਪੇਸ਼ੈਂਟ ਨੂੰ ਦੇਖਣੋਂ ਮਤਲਬ ਝਿਜਕੇ ਨੇ ਜਾਂ ਮਤਲਬ ਆਪਣੇ ਕਲੀਨਿਕ ਛੱਡ ਕੇ ਭੱਜੇ ਜਾਂ ਹਸਪੀਟਲ ਛੱਡ ਕੇ, ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ? ਦੇਖੋ ਮੈਂ ਸਮਝਦਾ ਕਿ ਜਦੋਂ ਇਦਾਂ ਦੀ ਕੋਈ ਇਹ ਵਿਪਤਾ ਖੜੀ ਹੁੰਦੀ ਹੈ ਤਾਂ ਕਈ ਕਿਸਮ ਦੇ ਰਿਐਕਸ਼ਨ ਹੁੰਦੇ ਨੇ, ਉਹਦੇ ਵਿੱਚ ਡਾਕਟਰਾਂ ਵਿੱਚ ਵੀ ਹੁੰਦੇ ਨੇ, ਹੋਰਾਂ ਵਿੱਚ ਵੀ ਹੁੰਦੇ ਨੇ। ਡਾਕਟਰਾਂ ਨੂੰ ਸਾਡੀ ਟ੍ਰੇਨਿੰਗ ਇਹ ਹੈ ਕਿ ਅਸੀਂ ਮੈਦਾਨੇ ਜੰਗ ਤੋਂ ਨਹੀਂ ਦੌੜਨਾ, ਪਰ ਉਹ ਹੋਇਆ ਨਹੀਂ ਅਫਸੋਸ ਹੈ ਮੈਨੂੰ। ਲੇਕਿਨ ਬਹੁਤ ਸਾਰੇ ਡਾਕਟਰਾਂ ਨੇ ਕੰਮ ਕੀਤਾ, ਇਹ ਤੁਹਾਨੂੰ ਮੰਨਣਾ ਪਏਗਾ। ਚੰਦ ਡਾਕਟਰਾਂ ਨੇ ਨਹੀਂ ਕੀਤਾ, ਲੇਕਿਨ ਜ਼ਿਆਦਾ ਕਰਨੇ ਤੇ ਕੰਮ ਕੀਤਾ। ਅੱਛਾ ਕੁਝ ਨੇ ਥੋੜੀ ਦੇਰ ਬਾਅਦ ਸ਼ੁਰੂ ਕਰ ਦਿੱਤਾ ਹੈ, ਕਿਉਂਕਿ ਪਹਿਲੇ ਇੱਕਦਮ ਡਰ ਫੈਲ ਗਿਆ ਨਾ। ਦੇਖੋ ਡਾਕਟਰ ਦੇ ਵੀ ਫੈਮਿਲੀ ਪ੍ਰੈਸ਼ਰ ਹੋ ਜੀ, ਤੁਸੀਂ ਬੰਦ ਕਰੋ ਜੀ, ਤੇ ਮੇਰੇ ਤੋਂ ਆਪਣੇ ਮੈਨੂੰ ਮੇਰੇ ਦੋਸਤਾਂ ਮਿੱਤਰਾਂ ਦੇ ਫੋਨ ਆਉਂਦੇ ਰਹੇ, ਚੱਲ ਤੂੰ ਹਾਲੇ ਵੀ ਦੇਖੀ ਜਾ, ਤੂੰ ਮਰ ਜਾਏਗਾ ਫਲਾਣਾ, ਇਸ ਤਰ੍ਹਾਂ ਦੀਆਂ ਗੱਲਾਂ ਦੇ ਇਹ ਪ੍ਰੈਸ਼ਰ ਹੁੰਦਾ ਹੈ। ਕਈ ਵਾਰੀ ਬੰਦਾ ਆ ਜਾਂਦਾ ਹੈ, ਪਰ ਹੌਲੀ ਹੌਲੀ ਲਗਭਗ ਸਾਰੇ ਡਾਕਟਰਾਂ ਨੇ ਕੰਮ ਸ਼ੁਰੂ ਕਰਤਾ। ਉਹਨਾਂ ਨੇ ਆਪਣੀ ਸ਼ੀਲਡਾਂ ਲਾ ਲਈਆਂ, ਆਪਣੇ ਤਰੀਕਾ ਇਹਦਾ ਐਗਜ਼ਾਮੀਨੇਸ਼ਨ ਦਾ ਢੰਗ ਬਦਲਦੇ ਹੋ ਨਾ, ਐਗਜ਼ਾਮੀਨੇਸ਼ਨ ਦਾ ਢੰਗ ਬਦਲਦੇ। ਕੁਝ ਡਾਕਟਰਾਂ ਨੇ, ਕੁਝ ਮੈਡੀਕਲ ਪ੍ਰੋਫੈਸ਼ਨਲ ਨੇ ਇਸ ਗੱਲ 'ਚ ਆਪਣੇ ਹੱਥ ਵੀ ਰੱਖੇ ਨੇ। ਹਾਂ ਬਿਲਕੁਲ, ਇਸ ਤੋਂ ਪੇਪਰ ਪੜ੍ਹਦੇ ਰਹੇ, ਜੋ ਸਿਸਟਮ ਪੜ੍ਹਦੇ ਆ, ਕੁਝ ਰਿਪੋਰਟਰਾਂ ਨੇ ਬਹੁਤ ਜ਼ਿਆਦਾ ਹੱਥ ਮਜਬੂਰੀ ਦਾ ਨਜਾਇਜ਼ ਫਾਇਦਾ ਉਠਾਇਆ ਗਿਆ, ਜਿਹੜਾ ਕਿ ਨਹੀਂ ਚਾਹੀਦਾ ਸੀਗਾ। ਉਹਦੇ ਬਾਰੇ ਤੇ ਜੀ ਦੇਖੋ, ਇਹ ਜਦੋਂ ਇਹ ਜੀ ਕੋਈ ਵਿਪਤਾ ਆਉਂਦੀ ਹੈ, ਹਰ ਕੋਈ ਨਹੀਂ, ਲੇਕਿਨ ਕੁਝ ਲੋਕ ਉਠਾਉਂਦੇ ਨਹੀਂ। ਹੁਣ ਦੁਨੀਆ ਵਿੱਚ ਕੀ ਹੋ ਰਿਹਾ ਹੈ ਕਿ ਇੱਕ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਵੈਕਸੀਨ ਦੇ ਨਾਮ ਦੇ ਉੱਪਰ ਜਿਹੜਾ ਬਿਲ ਗੇਟਸ ਫਾਊਂਡੇਸ਼ਨ ਹੈ, ਬਿਲਿੰਦਾ ਬਿਲ ਗੇਟਸ, ਇਹ ਹੁਣ ਆ ਰਹੀ ਹੈ ਵੈਕਸੀਨ ਲੈ ਕੇ, ਸਾਰੀ ਚੌਧਰ ਇਹਨਾਂ ਦੀ ਹੋਏਗੀ, ਇਹ ਹੁਣ ਅਰਬਾਂ ਰੁਪਏ ਉਸ ਤੋਂ ਕਮਾਉਣਗੇ। ਵੈਕਸੀਨ ਦਾ ਹਾਲੇ ਕੋਈ ਪਤਾ ਨਹੀਂ ਕਦੋਂ ਆਏਗੀ। ਸਾਡੇ ਪ੍ਰਧਾਨ ਮੰਤਰੀ ਨੇ ਤੇ ਕਹਿਤਾ ਸੀ ਸਾਡੇ ਵਿਗਿਆਨੀਆਂ ਨੂੰ ਵੀ 15 ਅਗਸਤ ਤੱਕ ਤੁਸੀਂ ਵੈਕਸੀਨ ਲੈ ਕੇ ਆਓ। ਹਾਂ ਬਿਲਕੁਲ। ਤੇ ICMR ਦੇ ਆਪਣੇ ਡਾਇਰੈਕਟਰ ਤੋਂ ਵੀ ਇਹ ਗੱਲ ਨਹੀਂ ਉਹਨੇ ਬੁਲਵਾਤੀ ਸੀਗੀ। ਉਹ ਤੇਰਾ ਨੌਕਰੀਆਂ ਬਚਾਉਣ ਲਈ ਡਰ ਜਾਂਦੇ ਨੇ ਅਫਸਰ। ਬਾਅਦ ਵਿੱਚ ਸਾਇੰਟਿਫਿਕ ਬਾਡੀਜ਼ ਨੇ ਵਿਰੋਧ ਕੀਤਾ ਵੀ 15 ਅਗਸਤ ਤੱਕ ਇੱਕ ਮਹੀਨੇ 'ਚ ਕਿੱਥੋਂ ਵੈਕਸੀਨ ਆ ਜਾਏਗੀ। ਅਜੇ ਰਿਸਰਚ ਸ਼ੁਰੂ ਵੀ ਨਹੀਂ ਹੋਈ ਤੇ ਮਹੀਨੇ 'ਚ ਵੈਕਸੀਨ ਕਿੱਥੋਂ ਆ ਜਾਣੀ, ਬੰਦੇ ਮਾਰਨੇ ਆ। ਫਿਰ ਇਹ ਹਟ ਗਿਆ, ਫਿਰ ICMR ਨੇ ਵੀ ਯਾਨੀ ਪਿੱਛੇ ਰਹਿ ਗਿਆ। ਸ਼ੁਰੂ 'ਚ ICMR ਇੰਟਰਵਿਊ ਦਿੰਦਾ ਸੀ, ਹੌਲੀ ਹੌਲੀ ICMR ਦੇ ਇੰਟਰਵਿਊ ਬੰਦ ਹੋ ਗਏ ਤੇ ਇਕੱਲੇ ਬਿਊਰੋਕਰੇਟਸ ਦੀ ਇੰਟਰਵਿਊ ਸ਼ੁਰੂ ਹੋ ਗਈ। ਹੌਲੀ ਹੌਲੀ ਉਹ ਵੀ ਬੰਦ ਹੋ ਗਏ। 11 ਜੂਨ ਤੋਂ ਬਾਅਦ ਕੋਈ ਪ੍ਰੈਸ ਬਰੀਫਿੰਗ ਨਹੀਂ ਹੋਈ ਹੈ। ਡਾਕਟਰ ਸਾਹਿਬ ਜਿਹੜੀ ਵੈਕਸੀਨ ਬਣਾਉਣਗੇ ਕੀ ਇਹ ਕਾਫੀ ਹੋਏਗੀ? ਦੇਖੋ ਜੀ, ਜਿਵੇਂ ਆਪਣੇ ਪੋਲੀਓ ਦੀ ਵੈਕਸੀਨ ਹੈ ਨਾ, ਪੋਲੀਓ ਦੀ ਵੈਕਸੀਨ ਲੱਗੀ ਹੈ 5 ਸਾਲ ਤੋਂ ਘੱਟ ਦੇ ਬੱਚਿਆਂ ਨੂੰ, ਉਹਦੀ ਗਿਣਤੀ ਕਿੰਨੀ ਹੋਏਗੀ? 4-5 ਕਰੋੜ ਹੋਏਗੀ। ਇਹ ਤੇ 138 ਕਰੋੜ ਲਈ ਚਾਹੀਦੀ ਹੈ। ਹਾਂ ਇਹ ਤਾਂ ਪਬਲਿਕ ਸਾਰੀ ਬਾਤ ਹੈ। ਇੰਨੀ ਵੈਕਸੀਨ ਕਦੋਂ ਬਣੇਗੀ? ਫਿਰ ਇਸ ਵੈਕਸੀਨ ਦੀ ਦਾ ਟਾਈਮ ਕਿੰਨੀ ਦੇਰ ਦਾ ਅਸਰ ਰਹੇਗਾ ਇਹ ਹਲੇ ਪੂਰਾ ਨਹੀਂ ਪਤਾ, ਕਿਉਂਕਿ ਇਹ ਗੱਲ ਕਹੀ ਗਈ ਹੈ ਕਿ ਜੇ ਕਿਸੇ ਨੂੰ ਕੋਰੋਨਾ ਦੀ ਇਨਫੈਕਸ਼ਨ ਹੋ ਜਾਏ ਉਹਦੇ ਵਿੱਚ ਜੋ ਐਂਟੀਬਾਡੀਜ਼ ਹੈ ਉਹ 4 ਮਹੀਨੇ ਕੰਮ ਕਰਦੇ ਨੇ, ਉਸ ਤੋਂ ਬਾਅਦ ਫਿਰ ਉਹਨੂੰ ਇਨਫੈਕਸ਼ਨ ਹੋ ਸਕਦੀ ਹੈ। ਸੋ ਕੀ ਵੈਕਸੀਨ ਦਾ ਵੀ ਉਹਨਾਂ ਕੀ ਅਸਰ ਹੋਏਗਾ, ਇਸ ਗੱਲ ਬਾਰੇ ਹਾਲੇ ਕੁਝ ਕਿਹਾ ਨਹੀਂ ਜਾ ਸਕਦਾ ਨਾ। ਵੈਕਸੀਨ ਆਏਗੀ, ਲੱਗੇਗੀ, ਫਿਰ ਉਹਦੀ ਸਟੱਡੀ ਹੋਏਗੀ, ਇਹ ਲੰਬਾ ਸਮਾਂ ਹੈ। ਉਸ ਤੋਂ ਬਾਅਦ ਹੀ ਵੈਕਸੀਨ ਦਾ ਪੂਰਾ ਪਤਾ ਲੱਗੇਗਾ। ਜੇ ਕੱਚੇ ਪੈਰੀ ਵੈਕਸੀਨ ਆਏਗੀ, ਇੱਕ ਫਰਕ ਹੈ। ਦੇਖੋ ਦਵਾਈ ਆਪਾਂ ਦਿੰਦੇ ਹਾਂ ਬਿਮਾਰ ਵਿਅਕਤੀ ਨੂੰ, ਵੈਕਸੀਨ ਲਗਾਣੇ ਆਪਾਂ ਸਿਹਤਮੰਦ ਵਿਅਕਤੀ ਨੂੰ। ਜੇ ਗਲਤ ਵੈਕਸੀਨ ਲੱਗ ਗਈ ਬਿਨਾਂ ਪ੍ਰੋਪਰ ਟ੍ਰਾਇਲਸ ਦੇ ਤਾਂ ਫਿਰ ਸਿਹਤਮੰਦ ਇਹ ਜੋ ਆਦਮੀ ਬਿਮਾਰ ਨਹੀਂ ਹੋ ਸਕਦਾ, ਉਲਟ ਹੋ ਸਕਦਾ, ਇਹਦਾ ਉਲਟਾ ਨੁਕਸਾਨ ਹੋ ਸਕਦਾ ਹੈ। ਇਸ ਲਈ ਜੋ ਦੁਨੀਆ ਦੇ ਵਿਗਿਆਨੀ ਕਹਿ ਰਹੇ ਨੇ ਕਿ ਪੂਰੇ ਟ੍ਰਾਇਲ ਕਰਕੇ, ਕਿਉਂਕਿ ਮਹਾਮਾਰੀ ਇਸ ਲਈ ਥੋੜੀ ਜਿਹੀ ਛੂਟ ਦਿੱਤੀ ਜਾ ਸਕਦੀ ਹੈ ਇਹਦੇ ਤੇ, ਪਰ ਬਿਲਕੁਲ ਛੂਟ ਨਹੀਂ ਦਿੱਤੀ ਜਾ ਸਕਦੀ ਕਿ ਵੀ ਆਪਣੇ ਬਿਨਾਂ ਟ੍ਰਾਇਲ ਦੇ ਤੁਸੀਂ ਜੋ ਹੈ ਵੈਕਸੀਨ ਲਗਾ ਦਿਓ, ਉਨੇ ਜ਼ਿਆਦਾ ਟ੍ਰਾਇਲ ਨਾ ਕਰੋ। ਕੁਝ ਤੇ ਟ੍ਰਾਇਲ ਤੁਹਾਨੂੰ ਕਰਨੇ ਹੀ ਪੈਣਗੇ, ਨਹੀਂ ਤਾਂ ਵੈਕਸੀਨ ਦਾ ਨੁਕਸਾਨ ਵੀ ਹੋ ਸਕਦਾ ਹੈ। ਡਾਕਟਰ ਸਾਹਿਬ, ਦਰਸ਼ਕਾਂ ਨੂੰ ਤੁਸੀਂ ਕੀ ਮੈਸੇਜ ਦਿੰਦੇ ਹੋ, ਭਾਵੇਂ ਮਤਲਬ ਜਿਹੜੇ ਪੇਸ਼ੈਂਟ ਘਟ ਰਹੇ ਨੇ, ਜਾਂ ਤੁਸੀਂ ਇਹਦੇ ਬਾਰੇ ਕੀ ਦਿੰਦੇ ਹੋ ਮੈਸੇਜ? ਦਰਸ਼ਕਾਂ ਲਈ ਤੇ ਸੁਨੇਹਾ ਹੈ ਜੀ, ਅਵੇਸਲੇ ਨਾ ਹੋ, ਅਵੇਸਲੇ ਬਿਲਕੁਲ ਨਾ ਹੋ। ਇਹ ਆਮ ਦੇਖਣ ਚ ਆ ਰਿਹਾ ਹੈ ਕਿ ਲੋਕਾਂ 'ਚ ਅਵੇਸਲਾਪਨ ਆਇਆ ਹੈ। 2-3 ਤੇ ਗੱਲਾਂ ਨੇ, ਹੱਥ ਧੋਵੋ,
ਹੱਥ ਨੂੰ ਸੈਨੀਟਾਈਜ਼ ਕਰੋ, ਮਾਸਕ ਲਗਾ ਕੇ ਰੱਖੋ, ਜਦੋਂ ਤੁਸੀਂ ਮਿਲਣਾ ਹੈ ਆਪਸ ਇੱਕ ਦੂਸਰੇ ਵਿੱਚ ਜਾਣਾ ਹੈ ਤਾਂ ਇਹ ਇੱਕ ਹੈ ਕਿ ਦੂਰੀ ਰੱਖੋ, 6 ਫੁੱਟ ਦੀ ਦੂਰੀ। 6 ਫੁੱਟ ਦੀ ਦੂਰੀ ਕਿਉਂ ਕਹੀ ਗਈ ਹੈ? ਕਿਉਂਕਿ ਜਦੋਂ ਕਿਸੇ ਨੂੰ ਖੰਘ ਆਉਂਦੀ ਹੈ, ਛਿੱਕ ਆਉਂਦੀ ਹੈ, ਉਦੋਂ ਮੂੰਹ ਤੋਂ ਨਿਕਲਣ ਵਾਲੇ ਜੋ ਆਪਣੀ ਸਲਾਈਵਾ ਹੈ ਜਾਂ ਥੁੱਕ ਹੈ ਜਾਂ ਉਹ ਜੋ ਬੂੰਦਾਂ ਨੇ ਉਹ 6 ਫੁੱਟ ਤੱਕ ਜਾਂਦੀਆਂ, ਉਸ ਤੋਂ ਬਾਅਦ ਥੱਲੇ ਡਿੱਗ ਪੈਂਦੀਆਂ ਨੇ। ਤੁਸੀਂ 6 ਫੁੱਟ ਦੀ ਦੂਰੀ ਰੱਖੋਗੇ ਤਾਂ ਦੂਸਰੇ ਨੂੰ ਇਨਫੈਕਸ਼ਨ ਹੋਣ ਦੇ ਚਾਂਸ ਘੱਟ ਨੇ। ਜੇ ਦੋਨਾਂ ਬੰਦਿਆਂ ਨੇ ਮਾਸਕ ਪਾਇਆ, ਤੁਸੀਂ ਵੀ ਤੇ ਸਾਹਮਣੇ ਵਾਲੇ ਨੇ ਵੀ, ਤਾਂ ਇਨਫੈਕਸ਼ਨ ਹੋਣ ਦਾ ਚਾਂਸ 90-95% ਤੋਂ ਵੀ ਘੱਟ ਜਾਂਦਾ। ਇਸ ਲਈ ਜੋ ਮਾਸਕ ਲਗਾ ਕਰਨਾ ਇਹ ਬੜਾ ਜ਼ਰੂਰੀ ਹੈ। ਥੋੜਾ ਚਿਰ ਹੋਰ ਕਸ਼ਟ ਸਾਨੂੰ ਸਹਿਣਾ ਪਏਗਾ। ਦੇਖੋ ਸਪੈਨਿਸ਼ ਫਲੂ ਆਇਆ ਸੀਗਾ 1918, 100 ਸਾਲ ਹੋ ਗਏ। ਉਦੋਂ ਸਾਡੇ ਦੇਸ਼ ਦੀ ਆਬਾਦੀ ਸੀ 20 ਕਰੋੜ ਤੇ 1.5 ਕਰੋੜ ਲੋਕ ਮਰੇ ਸੀਗੇ। ਕਿੰਨੇ ਲੋਕ ਮਰ ਗਏ ਹਿਸਾਬ ਲਾ ਲਓ ਤੁਸੀਂ। ਅੱਜ ਸੂਚਨਾ ਤੰਤਰ ਬੜਾ ਮਜ਼ਬੂਤ ਹੈ ਤੇ ਮੈਡੀਕਲ ਵਿਗਿਆਨ ਵੀ ਵੱਧ ਗਿਆ ਤੇ ਸਰਕਾਰ ਵੀ ਉਦੋਂ ਅੰਗਰੇਜ਼ ਸਰਕਾਰ ਸੀ, ਉਹਨੂੰ ਕੋਈ ਫਰਕ ਆਉਂਦੀ ਸੀ ਕਿ ਹਿੰਦੁਸਤਾਨੀ ਮਰਦੇ ਨੇ ਜਾਂ ਨਹੀਂ ਮਰਦੇ, ਕੋਈ ਉਹਨੂੰ ਇੰਨੀ ਫਿਕਰ ਨਹੀਂ ਸੀਗੀ। ਤੇ ਹੁਣ ਸਾਨੂੰ ਚਾਹੀਦਾ ਹੈ ਕਿ ਸੂਚਨਾ ਤੰਤਰ ਰਾਹੀਂ ਜਨਤਾ ਨੂੰ ਜਾਣਕਾਰੀ ਦਿੰਦੇ ਰਹੀਏ। ਡਾਕਟਰਾਂ ਨੂੰ ਵੀ ਚਾਹੀਦਾ ਹੈ, ਹੈਲਥ ਬੋਰਡ ਦੇ ਵਰਕਰ ਨੇ ਉਹਨਾਂ ਨੂੰ ਵੀ, ਸਮਾਜ ਸੇਵੀਆਂ ਨੂੰ ਵੀ ਤੇ ਲੋਕਾਂ ਨੂੰ ਵੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ। ਮੁਜ਼ਾਹਰੇ ਤੇ ਹੋਣਗੇ, ਮੁਜ਼ਾਹਰੇ ਨਹੀਂ ਰੁਕ ਸਕਦੇ ਕਿਉਂਕਿ ਪ੍ਰਧਾਨ ਮੰਤਰੀ ਨੇ ਕਿਹਾ ਸੀਗਾ ਕਿ कोरोना को अवसर में बदल दो, तो उन्होंने अवसर तो बदलता भी कानून ले आई गए। लगातार ये देखो लोगों नाल धोखाधड़ी है, लोग जिंदगी मौत की लड़ाई लड़ रहे ने, ये कानून दे कानून ले आई जा रहे ने ताकि ना कोई बहस होए ना कोई प्रोटेस्ट होए। बिल्कुल ये बिल्कुल धोखाधड़ी है। लोक विरोधी कानून लोक विरोधी कानून है, लोक विरोधी कानून। ਕਿਸਾਨਾਂ ਤੇ ਮਜ਼ਦੂਰਾਂ ਤੇ ਦੇਸ਼ ਦਾ ਜਿਹੜਾ ਹੈਗਾ ਪਬਲਿਕ ਸੈਕਟਰ ਹੈ, ਜਿਹੜਾ ਸਰਕਾਰੀ ਖੇਤਰ ਹੈ, ਉਹ ਨੂੰ ਧੜਾਧੜ ਵੇਚਿਆ ਜਾ ਰਿਹਾ। ਰੇਲਵੇ ਹੈ, ਬੈਂਕ ਨੇ, LIC ਹੈ, ਈਵਨ ਇੱਥੋਂ ਤੱਕ ਡਿਫੈਂਸ ਦਾ ਉਹ ਹੈ ਜਿਹੜਾ ਉਹ ਵੀ ਸਾਰਾ ਕੁਝ ਇੱਥੋਂ ਤੱਕ ਵੀ ਹੋ ਗਈ ਕਿ ਵੀ ਇਸਰੋ ਜਿਹੜੀ ਹੈ ਇੰਡੀਅਨ ਸਾਇੰਟੀਫਿਕ ਰਿਸਰਚ ਆਰਗੇਨਾਈਜੇਸ਼ਨ, ਉਹਨੂੰ ਵੀ ਪ੍ਰਾਈਵੇਟ ਕਰ ਦੇਣਾ। ਤੇ ਜਿੰਨੇ ਸਾਡੇ ਆਟੋਨਮਸ ਬੋਡੀਜ਼ ਨੇ ਜਿਹੜੀਆਂ ਆਪਣੇ ਤੌਰ ਦੇ ਉੱਤੇ ਕੰਮ ਕਰਦੀਆਂ, ਭਾਵੇਂ ਉਹ ਕੋਰਟਾਂ ਨੇ, ਭਾਵੇਂ CBI ਹੈ, ਭਾਵੇਂ ਇਲੈਕਸ਼ਨ ਕਮਿਸ਼ਨ ਹੈ, ਉਹ ਸਾਰੇ ਦੇ ਉੱਤੇ ਇਹਨਾਂ ਨੇ ਆਪਣਾ ਇਸ ਤਰ੍ਹਾਂ ਦਾ ਸਕੰਜਾ ਕੱਸ ਲਿਆ ਕਿ ਕੋਈ ਬੰਦਾ ਇਹਨਾਂ ਤੋਂ ਬਾਹਰ ਹੋ ਕੇ ਕੰਮ ਨਹੀਂ ਕਰ ਰਿਹਾ। ਇਹ ਇਹਨਾਂ ਨੇ ਇਹ ਜਿਹੜੀ ਡਾਕਟਰ ਸਾਹਿਬ ਨੇ ਗੱਲ ਕਹੀ ਵੀ ਇਹਨਾਂ ਨੂੰ ਕੋਰੋਨਾ ਨੂੰ ਉਹਨਾਂ ਨੇ ਅਫਸਰ 'ਚ ਬਦਲਿਆ, ਅਫਸਰ 'ਚ ਬਦਲ ਕੇ ਉਹਨਾਂ ਨੇ ਸਾਰਾ ਕੁਝ ਅੱਜ ਜਿਹੜਾ ਮੁਲਕ ਦਾ ਹੈਗਾ ਤੇ ਇਹ ਜਿਹੜੇ ਪਾਰਲੀਮੈਂਟ ਦੇ ਵਿੱਚੋਂ ਧੱਕੇ ਨਾਲ ਬਿੱਲ ਪਾਸ ਕਰਾਏ ਨੇ, ਸਾਰੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਉੱਥੋਂ ਇਹਨਾਂ ਨੇ ਜਿਹੜੇ ਬਿੱਲ ਪਾਸ ਕਰਾਏ ਨੇ, ਉਹਨਾਂ ਦੇ ਨਾਲ ਕਾਰਪੋਰੇਟ ਸੈਕਟਰ ਜਿਹੜਾ ਹੈਗਾ ਇੱਥੇ ਉਹਨੂੰ ਫਾਇਦਾ ਪਹੁੰਚਾਉਣ ਵਾਸਤੇ ਇਹਨਾਂ ਨੇ ਸਾਰੇ ਬਿੱਲ ਪਾਸ ਕਰਾਏ ਨੇ। ਇਹ ਮਤਲਬ ਸਾਡਾ ਟਾਈਮ ਬਹੁਤ ਹੋ ਗਿਆ। ਦਰਸ਼ਕ ਜਿਹੜੇ ਆ ਉਹ ਮਤਲਬ ਉਹਨਾਂ ਨੂੰ ਅਸੀਂ ਗਾਂ ਕੋਈ ਜਿਹੜਾ ਮੁੱਦਾ ਆਊਗਾ ਉਹਦੇ ਤੇ ਤੁਹਾਨੂੰ ਪੂਰਾ ਅਸੀਂ ਟਾਈਮ ਦੇਵਾਂਗੇ। ਇੱਕੋ ਗੱਲ ਕਹਿਣੀ ਚਾਹੁੰਦਾ, ਇਹ ਆਮ ਮਤਲਬ ਜਿਹੜੀ ਹੈਗੀ ਹੈ BJP ਦੀ ਜਿਹੜੀ ਸਰਕਾਰ ਹੈ, RSS ਦੀ ਗਾਈਡਡ ਹੈਗੀ ਹੈ ਸਰਕਾਰ, ਮੋਦੀ ਤੇ ਅਮਿਤ ਸ਼ਾਹ ਜੀ ਚਲਾ ਰਹੇ ਨੇ। ਇਹ ਆਮ ਲੋਕਾਂ ਦੇ ਵਿੱਚ ਪ੍ਰਚਾਰ ਕਰਦੇ ਨੇ ਵੀ 800 ਸਾਲਾਂ ਬਾਅਦ ਹਿੰਦੂਆਂ ਦਾ ਰਾਜ ਆਇਆ। ਇਹ ਹਿੰਦੂਆਂ ਦਾ ਰਾਜ ਨਹੀਂ ਹੈ, ਕੰਪਨੀਆਂ ਦਾ ਰਾਜ ਹੈ। ਜਿਹੜੀਆਂ ਕੰਪਨੀਆਂ ਇੱਥੋਂ ਜਿਹੜੀਆਂ ਕੰਪਨੀਆਂ ਨੂੰ ਭਜਾਉਣ ਵਾਸਤੇ ਅੰਗਰੇਜ਼ਾਂ ਦੀਆਂ ਜਿਹੜੀਆਂ ਕੰਪਨੀਆਂ ਸੀ, ਉਹਦੇ ਵਾਸਤੇ ਸਾਡੇ ਕ੍ਰਾਂਤੀਕਾਰੀਆਂ ਨੇ, ਸ਼ਹੀਦ ਭਗਤ ਸਿੰਘ ਹੋਏ, ਚੰਦਰ ਸ਼ੇਖਰ ਆਜ਼ਾਦ ਹੋਏ, ਇਹਨਾਂ ਰਾਮ ਪ੍ਰਸਾਦ ਬਿਸਮਿਲ ਹੋਏ, ਅਸ਼ਫਾਕ ਉल्ला ਖਾਨ ਹੋਏ, ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਕਰਕੇ ਇੱਥੇ ਅੰਗਰੇਜ਼ਾਂ ਦੀਆਂ ਕੰਪਨੀਆਂ ਨੂੰ ਕੱਢਿਆ। ਇਹ ਉਹ ਕੰਪਨੀਆਂ ਨੂੰ ਹੁਣ ਫੇਰ ਦੁਆਰਾ ਐਸਟੈਬਲਿਸ਼ ਕਰ ਰਹੇ ਨੇ, ਧੱਕੇ ਨਾਲ ਕਰ ਰਹੇ ਨੇ। ਤੇ ਇਸ ਕਰਕੇ ਠੀਕ ਹੈ, ਸਾਨੂੰ ਬਹੁਤ ਧੰਨਵਾਦ ਦੋਸਤੋ, ਦਰਸ਼ਕੋ, ਤੁਸੀਂ ਸਾਡੇ ਨਾਲ ਜੁੜੇ ਹੋ UHRO ਬੁਲਟਨ ਦੇ ਨਾਲ। ਤੇ ਅਸੀਂ ਗਾਂ ਤੁਸੀਂ ਇਹੋ ਜਿਹੇ ਕੋਈ ਹੋਰ ਮਤਲਬ ਜਿਹੜਾ ਸੀਰੀਅਸ ਮੁੱਦਾ ਹੈ ਉਹਦੇ ਤੇ ਤੁਹਾਡੇ ਨਾਲ ਰੂਬਰੂ ਹੋਵਾਂਗੇ। ਧੰਨਵਾਦ।